ਹੈਲੋ ਨਰਸਿੰਗ ਆਫਿਸਰਸ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬ ਨਰਸਿੰਗ ਆਫਿਸਰ। ਸੋ ਜਿਵੇਂ ਕਿ ਅਸੀਂ ਆਪਣੀ ਪ੍ਰੀਵੀਅਸ ਵੀਡੀਓ ਵਿੱਚ ਬਾਬਾ ਫਰੀਦਕੋਟ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਕਿ ਮਈ 2021 ਵਾਲਾ ਪੇਪਰ ਡਿਸਕਸ ਕਰ ਰਹੇ ਸੀ, ਜਿਸ ਦੇ ਕੁਐਸਚਨ ਦਸੰਬਰ 2021 ਵਿੱਚ ਵੀ ਰਿਪੀਟ ਹੋਏ ਸੀ। ਸੋ ਚੱਲਦੇ ਹਾਂ ਆਪਾਂ ਅੱਜ ਦੇ ਕੁਐਸਚਨਸ ਦੇ ਨਾਲ। ਕਲਾਇੰਟ ਵਿਦ ਹਿਸਟਰੀ ਆਫ ਗ੍ਰੇਵਸ ਡਿਜ਼ੀਜ਼ ਇਜ਼ ਐਡਮਿਟਡ ਫॉर uncontrolled hyperglycemia and foot ulcer. This client require close monitoring because of the increased risk of falling. Select all that apply. A. Hypoglycemia. B. Hypothyroidism. C. Hypotension. D. Extreme tachycardia. E. Elevated temperature. So ਸਾਡੇ ਕੋਲ ਪੇਸ਼ੈਂਟ ਕੀ ਹੈ, ਗ੍ਰੇਵਸ ਡਿਜ਼ੀਜ਼ ਦਾ ਹੈ ਤੇ ਜਿਸ ਵਿੱਚ ਕੀ ਹੋ ਰਿਹਾ ਹੈ, ਉਸਦਾ ਅਨਕੰਟਰੋਲਡ ਹਾਈਪਰਗਲਾਈਸੀਮੀਆ ਹੋ ਰਿਹਾ ਪੇਸ਼ੈਂਟ ਤੇ ਫੁੱਟ ਅਲਸਰ ਹੈ। ਜਿਹੜੀ ਕਿ ਗ੍ਰੇਵਸ ਡਿਜ਼ੀਜ਼ ਹੈ, ਇਹ ਹੈ ਕਿ ਗ੍ਰੇਵਸ ਡਿਜ਼ੀਜ਼ ਇੱਕ ਆਟੋਇਮਿਊਨ ਡਿਜ਼ੀਜ਼ ਹੈ, ਜਿਸ 'ਚ ਹੁੰਦਾ ਕੀ ਹੈ ਕਿ ਹਾਈਪਰਥਾਇਰੋਇਡਿਜ਼ਮ ਹੋ ਜਾਂਦਾ ਹੈ। ਮੀਨਸ ਕਿ ਜੋ ਥਾਇਰੋਇਡ ਗਲੈਂਡ ਹੈ ਉਸਦੇ ਜਿਹੜੇ ਹਾਰਮੋਨਸ ਨੇ, ਉਸਦਾ ਫੰਕਸ਼ਨ ਹੈ ਉਹ ਇਨਕਰੀਜ਼ ਹੋ ਜਾਂਦਾ ਹੈ। ਮੀਨਸ ਕਿ T3 T4 ਦਾ ਲੈਵਲ ਬਲੱਡ 'ਚ ਇਨਕਰੀਜ਼ ਹੋਏਗਾ। ਸੋ ਆਟੋਇਮਿਊਨ ਡਿਜ਼ੀਜ਼ ਹੁੰਦੀ ਹੈ। ਤੇ ਜਦੋਂ ਵੀ ਹਾਈਪਰਥਾਇਰੋਇਡਿਜ਼ਮ ਹੋਏਗਾ ਤਾਂ ਸਾਡੇ ਕੋਲ ਕੀ ਸਿੰਪਟਮ ਆਣਗੇ। ਜਦੋਂ ਵੀ ਹਾਈਪਰਥਾਇਰੋਇਡਿਜ਼ਮ ਹੁੰਦਾ ਹੈ ਤਾਂ ਸਾਡੇ ਕੋਲ ਟੈਕੀਕਾਰਡੀਆ ਹੋਏਗਾ, ਹਾਈਪੋਟੈਂਸ਼ਨ ਹੋਏਗੀ, ਐਲੀਵੇਟਡ ਟੈਂਪਰੇਚਰ ਹੋਏਗਾ, ਮੈਟਾਬੋਲਿਜ਼ਮ ਇਨਕਰੀਜ਼ ਹੋਏਗੀ, weight loss ਹੋਏਗਾ। ਸੋ ਸਾਡੀ ਕਿਹੜੀ ਆਪਸ਼ਨ ਰਾਈਟ ਹੋਏਗੀ? ਆਪਸ਼ਨ ਡੀ, ਜਿਸ ਵਿੱਚ ਕੀ ਹੈ, ਐਕਸਟ੍ਰੀਮ ਟੈਕੀਕਾਰਡੀਆ, ਐਲੀਵੇਟਡ ਟੈਂਪਰੇਚਰ ਐਂਡ ਹਾਈਪੋਟੈਂਸ਼ਨ। ਤੇ ਜਿਹੜੀ ਫਰਸਟ ਆਪਸ਼ਨ ਹੈ ਹਾਈਪੋਗਲਾਈਸੀਮੀਆ, ਜਿਵੇਂ ਕਿ ਸਾਨੂੰ ਕੁਐਸਚਨ ਵਿੱਚ ਇਨਫੋਰਮੇਸ਼ਨ ਦਿੱਤੀ ਹੈ ਕਿ ਹਾਈਪਰਗਲਾਈਸੀਮੀਆ ਪੇਸ਼ੈਂਟ ਨੂੰ। ਸੋ ਹਾਈਪੋਗਲਾਈਸੀਮੀਆ ਲਈ ਆਪਾਂ ਨਹੀਂ ਮੋਨੀਟਰ ਕਰਾਂਗੇ ਪੇਸ਼ੈਂਟ ਨੂੰ। ਹਾਂ, ਅਗਰ ਸਾਨੂੰ ਕੁਐਸਚਨ ਵਿੱਚ ਇਨਫੋਰਮੇਸ਼ਨ ਦਿੱਤੀ ਹੁੰਦੀ ਕਿ ਪੇਸ਼ੈਂਟ ਹਾਈਪਰਗਲਾਈਸੀਮੀਆ ਦਾ ਹੈ ਤੇ ਉਹ ਇਨਸੂਲਿਨ ਤੇ ਚੱਲ ਰਿਹਾ, ਤਾਂ ਉਦੋਂ ਅਸੀਂ ਹਾਈਪੋਗਲਾਈਸੀਮੀਆ ਲਈ ਵੀ ਮੋਨੀਟਰ ਕਰਾਂਗੇ, ਕਿਉਂਕਿ ਕਈ ਵਾਰ ਜ਼ਿਆਦਾ ਇਨਸੂਲਿਨ ਜਾਣ ਨਾਲ ਪੇਸ਼ੈਂਟ ਨੂੰ ਰਿਸਕ ਹੁੰਦਾ ਹੈ ਹਾਈਪੋਗਲਾਈਸੀਮੀਆ ਦਾ। ਬਟ ਇਸ ਕੁਐਸਚਨ ਦੇ ਅਕੋਰਡਿੰਗ ਸਾਡਾ ਰਾਈਟ ਆਂਸਰ ਹੈ ਆਪਸ਼ਨ ਡੀ, ਜਿਸ ਵਿੱਚ ਕੀ ਹੈ, ਐਕਸਟ੍ਰੀਮ ਟੈਕੀਕਾਰਡੀਆ, ਐਲੀਵੇਟਡ ਟੈਂਪਰੇਚਰ ਐਂਡ ਹਾਈਪੋਟੈਂਸ਼ਨ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਅ ਨਰਸ ਇਜ਼ ਐਡਮਿਟਿੰਗ ਅ ਚਾਈਲਡ ਸਸਪੈਕਟਡ ਆਫ having hyperglycemia. Which of the following assessment finding would support a diagnosis of hyperglycemia? A. blood vision. B. hunger. C. pallor. D. polydipsia. E. tachycardia. F. headache. So ਇਹਨਾਂ ਵਿੱਚੋਂ ਕਿਹੜਾ ਕੋਡ ਸਾਡਾ ਸਹੀ ਹੋਏਗਾ? ਆਪਸ਼ਨ A ਵਿੱਚ ਹੈ A B C D, B ਵਿੱਚ ਹੈ A C D E F, C ਵਿੱਚ ਹੈ A D C D E F and D ਵਿੱਚ ਹੈ A B D. ਸੋ ਸਾਨੂੰ ਪਤਾ ਹੈ ਹਾਈਪਰਗਲਾਈਸੀਮੀਆ ਕਦੋਂ ਹੁੰਦਾ ਹੈ? ਜਦੋਂ ਪਹਿਲਾਂ ਸਾਨੂੰ ਨਾਰਮਲ ਗਲੂਕੋਜ਼ ਦਾ ਲੈਵਲ ਪਤਾ ਹੋਣਾ ਚਾਹੀਦਾ ਹੈ। ਨਾਰਮਲ ਕੀ ਹੁੰਦਾ ਹੈ? ਜਿਹੜਾ ਫਾਸਟਿੰਗ ਹੈ ਉਸਦਾ ਲੈਵਲ ਹੁੰਦਾ ਹੈ 70 to 110 ਔਰ ਪੋਸਟ ਪ੍ਰਾਂਡੀਅਲ ਲੈਸ ਦੈਨ 140 mgdl। ਹਾਈਪਰਗਲਾਈਸੀਮੀਆ ਵਿੱਚ ਇਹਨਾਂ ਨਾਰਮਲ ਫਾਈਂਡਿੰਗ ਤੋਂ ਲੈਵਲ ਜ਼ਿਆਦਾ ਹੋਏਗਾ। ਤੇ ਉਸ ਵਿੱਚ ਹੁੰਦਾ ਕੀ ਹੈ, ਆਪਾਂ ਨੂੰ ਪਤਾ ਹੈ ਕਿ 3 P ਹੁੰਦੇ ਨੇ, ਪੋਲੀਡਿਪਸੀਆ, ਪੋਲੀਫੇਜ਼ੀਆ, ਪੋਲੀਯੂਰੀਆ। ਤੇ ਹੋਰ ਕੀ ਹੋਏਗਾ ਹਾਈਪਰਗਲਾਈਸੀਮੀਆ? ਹਾਈਪਰਗਲਾਈਸੀਮੀਆ ਦਾ ਇੱਕ ਸਾਈਡ ਇਫੈਕਟ ਹੈ ਕਿ ਜਿਹੜੀਆਂ ਬੋਡੀ 'ਚ ਸਮਾਲ ਬਲੱਡ ਵੈਸਲਸ ਹੈ ਉਹਨਾਂ ਨੂੰ ਡੈਮੇਜ ਕਰਦਾ ਹੈ। ਤਾਂ ਸਭ ਤੋਂ ਜ਼ਿਆਦਾ ਸਮਾਲ ਬਲੱਡ ਵੈਸਲਸ ਹੁੰਦੀਆਂ ਸਾਡੀ ਆਈ ਦੇ ਵਿੱਚ। ਸੋ ਜਿਸ ਦੇ ਕਾਰਨ ਪੇਸ਼ੈਂਟ ਨੂੰ ਬਲੱਡ ਵਿਜ਼ਨ ਹੋਏਗਾ। ਤੇ ਪੋਲੀਫੇਜ਼ੀਆ ਮੀਨਸ ਪੇਸ਼ੈਂਟ ਨੂੰ ਜ਼ਿਆਦਾ ਹੰਗਰ ਫੀਲ ਹੋਏਗੀ। ਸੋ ਸਾਡਾ ਰਾਈਟ ਆਂਸਰ ਕਿਹੜਾ ਹੋਇਆ? ਆਪਸ਼ਨ ਡੀ, ਜਿਸ ਵਿੱਚ ਕੀ ਹੈ, ਬਲੱਡ ਵਿਜ਼ਨ, ਹੰਗਰ, ਪੋਲੀਡਿਪਸੀਆ। ਸੇਮ ਇਸ ਦੇ ਆਪੋਜ਼ਿਟ ਜਦੋਂ ਪੇਸ਼ੈਂਟ ਨੂੰ ਹਾਈਪੋਗਲਾਈਸੀਮੀਆ ਹੋਏਗਾ, ਮੀਨਸ ਕਿ ਜੋ ਬਲੱਡ ਸ਼ੂਗਰ ਲੈਵਲ ਹੈ ਉਹ ਘੱਟ ਹੋਏਗਾ, ਉਦੋਂ ਕੀ ਸਿੰਪਟਮ ਆਣਗੇ? ਉਦੋਂ ਪੇਸ਼ੈਂਟ ਨੂੰ ਪੇਲਰ ਹੋਏਗਾ, ਟੈਕੀਕਾਰਡੀਆ ਹੋਏਗਾ, ਹੈਡੇਕ ਹੋਏਗੀ, ਡਾਇਫਰੈਸਿਸ ਹੋਏਗੀ ਪੇਸ਼ੈਂਟ ਨੂੰ, ਤੇ ਕਨਫਿਊਜ਼ਨ। ਤੇ ਮੋਸਟ ਐਗਜ਼ਾਮਸ 'ਚ ਪੁੱਛਿਆ ਗਿਆ ਹਾਈਪੋਗਲਾਈਸੀਮੀਆ ਵਿੱਚ ਡਾਇਫਰੈਸਿਸ ਦਾ ਇੱਕ ਆਪਸ਼ਨ ਦਿੱਤਾ ਹੁੰਦਾ ਹੈ। ਸੋ ਡਾਇਫਰੈਸਿਸ ਉੱਥੇ ਹਾਈਪੋਗਲਾਈਸੀਮੀਆ ਦਾ ਸਿੰਪਟਮ ਹੈ। ਤੇ ਇਸ ਵਿੱਚ ਹੋਰ ਕੀ ਕੁਐਸਚਨ ਬਣਦਾ ਹੈ? ਜਿਹੜੀਆਂ ਹਾਈਪਰਗਲਾਈਸੀਮੀਆ 'ਚ ਆਪਾਂ ਡਰੱਗਸ ਯੂਜ਼ ਕਰਦੇ ਹਾਂ, ਇੱਕ ਸਲਫੋਨੀਯੂਰੀਆ ਕਲਾਸ ਆਫ ਡਰੱਗ ਹੈ, ਜਿਸ ਵਿੱਚ ਮੋਸਟ ਕਾਮਨ ਆਪਾਂ ਯੂਜ਼ ਕਰਦੇ ਹਾਂ ਗਲਿੰਪੀਰਾਈਡ। ਜਦੋਂ ਪੇਸ਼ੈਂਟ ਦੀ ਗਲਿੰਪੀਰਾਈਡ ਚੱਲਦੀ ਹੁੰਦੀ ਹੈ, ਉਦੋਂ ਪੇਸ਼ੈਂਟ ਨੇ ਅਲਕੋਹਲ ਨੂੰ ਅਵੋਇਡ ਕਰਨਾ ਹੁੰਦਾ, ਕਿਉਂਕਿ ਇਸ ਨਾਲ ਡਾਈਸਲਫਰਮ ਟਾਈਪ ਰਿਐਕਸ਼ਨ ਹੋ ਜਾਂਦਾ ਹੈ। ਸੋ ਜਦੋਂ ਵੀ ਸਲਫੋਨੀਯੂਰੀਆ ਪੇਸ਼ੈਂਟ ਨੂੰ ਚੱਲ ਰਿਹਾ ਹੈ, ਦੈਨ ਅਲਕੋਹਲ ਅਵੋਇਡ ਕਰਨ ਲਈ ਆਪਾਂ ਪੇਸ਼ੈਂਟ ਨੂੰ ਬੋਲਣਾ ਹੈ। ਇਸ ਵਿੱਚ ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਹੈ, ਜਦੋਂ ਪੇਸ਼ੈਂਟ ਨੂੰ ਕੋਰਟੀਕੋਸਟੀਰੋਇਡ ਚੱਲਦੇ ਨੇ ਤਾਂ ਉਦੋਂ ਆਪਾਂ ਪੇਸ਼ੈਂਟ ਨੂੰ ਕਿਸ ਚੀਜ਼ ਲਈ ਅਸੈਸ ਕਰਨਾ ਹੁੰਦਾ ਹੈ, ਮੋਨੀਟਰ ਕਰਨਾ ਹੁੰਦਾ ਹੈ? ਜਦੋਂ ਵੀ ਕੋਰਟੀਕੋਸਟੀਰੋਇਡ ਚੱਲਦੇ ਹੁੰਦੇ ਆ ਤਾਂ ਆਪਾਂ ਹਾਈਪਰਗਲਾਈਸੀਮੀਆ ਲਈ ਮੋਨੀਟਰ ਕਰਨਾ ਹੁੰਦਾ ਹੈ, ਕਿਉਂਕਿ ਕੋਰਟੀਕੋਸਟੀਰੋਇਡ ਡਾਇਬੀਟੀਜ਼ ਮੈਲਾਈਟਿਸ ਪੇਸ਼ੈਂਟ ਨੂੰ ਹੋ ਸਕਦੀ ਹੈ, ਬਲੱਡ ਗਲੂਕੋਜ਼ ਲੈਵਲ ਇਨਕਰੀਜ਼ ਹੋ ਸਕਦਾ ਹੈ। ਸੋ ਹਾਈਪਰਗਲਾਈਸੀਮੀਆ ਲਈ ਪੇਸ਼ੈਂਟ ਨੂੰ ਮੋਨੀਟਰ ਕਰਨਾ। ਚਲਦੇ ਆਪਾਂ ਨੈਕਸਟ ਕੁਐਸਚਨ ਤੇ। ਅ ਕਲਾਇੰਟ ਇਜ਼ ਐਕਸਪੀਰੀਐਂਸਿੰਗ ਸੀਵੀਅਰ ਡਾਇਰੀਆ ਐਂਡ ਸੀਰਮ ਪੋਟਾਸ਼ੀਅਮ ਲੈਵਲ ਇਜ਼ 3.3 ਮਿਲੀਕੂਲਮ per liter. Which intervention the nurse should implement
patient first? Option A, notify the client's doctor. Option B, prepare to administer intravenous potassium. Option C, place the client on cardiac monitor. Option D, assess the client for leg cramps. So question ਵਿੱਚ ਕੀ ਹੈ ਕਿ ਪੇਸ਼ੈਂਟ ਨੂੰ ਡਾਇਰੀਆ ਹੈ, ਜਦੋਂ ਵੀ ਪੇਸ਼ੈਂਟ ਨੂੰ ਡਾਇਰੀਆ ਹੋਏਗਾ ਤਾਂ ਪੋਟਾਸ਼ੀਅਮ ਲੋਸ ਹੋਏਗਾ। ਸੋ ਸਾਡੇ ਕੋਲ ਲੈਵਲ ਕਿੰਨਾ ਦਿੱਤਾ ਹੋਇਆ 3.3। ਸਾਨੂੰ ਪਤਾ ਹੈ ਕਿ ਨਾਰਮਲ ਪੋਟਾਸ਼ੀਅਮ ਦਾ ਲੈਵਲ ਕਿੰਨਾ ਹੁੰਦਾ ਹੈ 3.5 to 5.1 ਮਿਲੀ ਇਕੁਇਵਲੈਂਟ ਪਰ ਲੀਟਰ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪੇਸ਼ੈਂਟ ਨੂੰ ਹਾਈਪੋਕੈਲੀਮੀਆ ਹੈ। ਸੋ ਜਿਹੜੇ ਪੇਸ਼ੈਂਟ ਨੂੰ ਹਾਈਪੋਕੈਲੀਮੀਆ ਹੋਏਗਾ ਉਸ ਪੇਸ਼ੈਂਟ ਨੂੰ ਕਾਰਡੀਅਕ ਡਿਸਰਿਥਮੀਆ ਦੇ ਚਾਂਸਸ ਹੁੰਦੇ ਨੇ। ਸੋ ਸਾਡੀ ਰਾਈਟ ਆਪਸ਼ਨ ਕਿਹੜੀ ਹੋਈ, ਜਦੋਂ ਵੀ ਪੇਸ਼ੈਂਟ ਨੂੰ ਕਾਰਡੀਅਕ ਡਿਸਰਿਥਮੀਆ ਹੋਣ ਦੇ ਚਾਂਸਸ, ਸਾਨੂੰ ਪਹਿਲਾਂ ਪੇਸ਼ੈਂਟ ਦੀ ਕੰਡੀਸ਼ਨ ਮੋਨੀਟਰ ਕਰਨੀ ਹੈ। ਸੋ ਆਪਸ਼ਨ ਸੀ ਇਜ਼ ਰਾਈਟ ਆਨਸਰ, ਪਲੇਸ ਦਾ ਕਲਾਇੰਟ ਔਨ ਕਾਰਡੀਅਕ ਮੋਨੀਟਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਅ ਕਲਾਇੰਟ denying suicidal ideation comes into the emergency department complaining about the insomnia, irritability, anorexia and depressed mood. Which intervention would the nurse implement first? Option A, request a psychiatric consultation. Option B, place the client on one-to-one observation. Option C, complete a thorough physical examination including lab test. Option D, remove all hazardous material from the environment. So question ਵਿੱਚ ਕੀ ਹੈ ਕਿ ਇੱਕ ਪੇਸ਼ੈਂਟ ਹੈ ਜਿਹੜਾ ਕਿ ਡਿਨਾਈ ਕਰ ਰਿਹਾ ਹੈ ਕਿ ਉਸਨੂੰ ਇਸ ਟਾਈਮ ਤੇ ਸੁਸਾਈਡਲ ਆਈਡੀਆਜ਼ ਨਹੀਂ ਆ ਰਹੇ ਨੇ, ਬਟ ਪੇਸ਼ੈਂਟ ਨੂੰ ਕੀ ਹੋਰ ਕੀ ਦਿੱਕਤ ਆ ਰਹੀ ਹੈ, ਪੇਸ਼ੈਂਟ ਨੂੰ ਇਨਸੋਮਨੀਆ ਮੀਨਸ ਕਿ ਨੀਂਦ ਨਹੀਂ ਆ ਰਹੀ ਹੈ, ਇਰੀਟੇਬਲ ਹੈ ਪੇਸ਼ੈਂਟ, ਐਨੋਰੈਕਸੀਆ ਤੇ ਮੂਡ ਡਿਪਰੈਸਡ ਮੂਡ ਹੈ। ਆਪਾਂ ਕਿਹੜੀ ਇੰਟਰਵੈਂਸ਼ਨ ਇੰਪਲੀਮੈਂਟ ਕਰਨੀ ਹੈ ਫਸਟ? ਸੋ ਸਾਨੂੰ ਪਤਾ ਹੈ ਕਿ ਜਦੋਂ ਵੀ ਕੋਈ ਪੇਸ਼ੈਂਟ ਹੈ ਜਿਹੜਾ ਕਿ ਪ੍ਰੀਵੀਅਸਲੀ ਜਿਸ ਨੂੰ ਸੁਸਾਈਡਲ ਥੋਟਸ ਆਉਂਦੇ ਨੇ, ਜਦੋਂ ਉਹ ਡਿਨਾਈ ਕਰਦਾ ਹੈ ਤਾਂ ਹਾਇਰ ਟੈਂਡੈਂਸੀ ਹੁੰਦੀ ਹੈ ਕਿ ਉਹ ਸੁਸਾਈਡ ਅਟੈਂਪਟ ਕਰੇਗਾ। ਸੋ ਆਪਸ਼ਨ ਡੀ ਇਜ਼ ਰਾਈਟ ਆਨਸਰ। ਆਪਾਂ ਸਾਰੇ ਹਜ਼ਾਰਡਸ ਮਟੀਰੀਅਲ ਰਿਮੂਵ ਕਰਨੇ ਨੇ ਇਨਵਾਇਰਨਮੈਂਟ ਚੋਂ, ਜਿਵੇਂ ਕੋਈ ਵੀ ਸ਼ਾਰਪਸ ਮਟੀਰੀਅਲ ਜਿੰਨੇ ਵੀ ਆਲੇ ਦੁਆਲੇ ਇਨਵਾਇਰਨਮੈਂਟ ਚ ਪਏ ਨੇ। ਸੋ ਰਾਈਟ ਆਪਸ਼ਨ ਇਜ਼ ਆਪਸ਼ਨ ਡੀ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਦ ਨਰਸ ਇਜ਼ ਅਸੈਸਿੰਗ ਦ ਬਿਸ਼ਪ ਸਕੋਰ ਔਨ ਅ ਪੋਸਟ ਡੇਟਡ ਕਲਾਇੰਟ। ਵਿਚ ਆਫ ਦ ਫੋਲੋਇੰਗ measurement will the nurse assess? Select all that apply. A, cervical dilatation. B, fetal station. C, cervical position. D, rupture of membrane. E, gestational age. Select the correct answer using the code given below. A, C, D, E. Option B, C, D, E. Option C, B, C, D, E. Option D, A, B, C. ਬਿਸ਼ਪ ਸਕੋਰ ਆਪਾਂ ਪ੍ਰੀਵੀਅਸ ਵੀਡੀਓ ਵਿੱਚ ਵੀ ਡਿਸਕਸ ਕਰਿਆ ਸੀ। ਸੋ ਇਸ ਦੇ ਪੈਰਾਮੀਟਰ ਨੇ, ਇਸ ਦੇ 5 ਪੈਰਾਮੀਟਰ ਹੁੰਦੇ ਨੇ। ਸੋ ਇਹਨਾਂ ਵਿੱਚੋਂ ਕਿਹੜੇ-ਕਿਹੜੇ ਪੈਰਾਮੀਟਰ ਨੇ ਬਿਸ਼ਪ ਸਕੋਰ ਦੇ ਲਈ? ਸਰਵਾਈਕਲ ਡਾਇਲੇਟੇਸ਼ਨ, ਫੀਟਲ ਸਟੇਸ਼ਨ ਐਂਡ ਸਰਵਾਈਕਲ ਪੋਜੀਸ਼ਨ। ਠੀਕ ਹੈ, ਸੋ ਸਾਡੀ ਕਿਹੜੀ ਆਪਸ਼ਨ ਰਾਈਟ ਹੋਈ? ਆਪਸ਼ਨ ਡੀ, ਜਿਸ ਵਿੱਚ ਕੀ ਹੈ A, B ਐਂਡ C। ਜਿਹੜੇ ਰਪਚਰ ਆਫ ਮੈਮਬ੍ਰੇਨ ਤੇ ਗੈਸਟੇਸ਼ਨਲ ਏਜ ਬਿਸ਼ਪ ਸਕੋਰ ਦਾ ਪੈਰਾਮੀਟਰ ਨਹੀਂ ਹੈ। ਰਾਈਟ ਆਪਸ਼ਨ ਇਜ਼ ਡੀ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਇਨ ਅਸੈਸਿੰਗ ਦਾ ਚਾਈਲਡ ਥਾਇਰੋਇਡ ਸਟੇਟਸ, which of the following finding should be documented as subjective finding? Option A, fatigue. Option B, weight loss. Option C, hypertension. Option D, tachycardia. So ਸਾਨੂੰ ਪਤਾ ਹੈ ਸਾਡੇ ਕੋਲ ਦੋ ਤਰ੍ਹਾਂ ਦੀ ਫਾਈਂਡਿੰਗਸ ਹੁੰਦੀਆਂ ਨੇ, ਇੱਕ ਸਬਜੈਕਟਿਵ ਹੁੰਦੀ ਹੈ, ਇੱਕ ਆਬਜੈਕਟਿਵ। ਸਬਜੈਕਟਿਵ ਕਿਹੜੀਆਂ ਫਾਈਂਡਿੰਗ ਹੁੰਦੀਆਂ ਨੇ? ਜਿਹੜਾ ਕਿ ਸਾਨੂੰ ਪੇਸ਼ੈਂਟ ਦੱਸਦਾ ਹੈ, ਜਿਹੜੀ ਕਿ ਪੇਸ਼ੈਂਟ ਦੀ ਸਟੇਟਮੈਂਟਸ ਨੇ। ਆਬਜੈਕਟਿਵ ਕਿਹੜੀਆਂ ਨੇ? ਜਿਹੜੀਆਂ ਕਿ ਅਸੀਂ ਕਲੀਨਿਕਲੀ ਅਸੈਸ ਕਰਦੇ ਹਾਂ। ਠੀਕ ਹੈ, ਸੋ ਇਹਨਾਂ ਵਿੱਚੋਂ ਕਿਹੜੀ ਸਬਜੈਕਟਿਵ ਫਾਈਂਡਿੰਗ ਹੋਈ? ਆਪਸ਼ਨ A, ਫਟੀਗ। ਪੇਸ਼ੈਂਟ ਸਾਨੂੰ ਦੱਸੇਗਾ ਕਿ ਮੈਨੂੰ ਫਟੀਗ ਹੋ ਰਹੀ ਹੈ। ਬਾਕੀ ਜਿਹੜੇ ਅਦਰ ਫਾਈਂਡਿੰਗਸ ਨੇ ਜਿਵੇਂ ਕਿ weight loss, hypertension, tachycardia, ਇਹ ਆਪਾਂ ਮੋਨੀਟਰ ਕਰਾਂਗੇ ਜਾਂ ਕਲੀਨਿਕਲੀ ਅਸੈਸ ਕਰਾਂਗੇ। ਸੋ ਰਾਈਟ ਆਨਸਰ ਇਜ਼ ਆਪਸ਼ਨ A। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਫॉर ਅ ਪੇਸ਼ੈਂਟ who underwent thyroidectomy 2 days ago, which lab value require close monitoring? Option A, potassium level. Option B, calcium level. Option C, white blood cell. Option D, sodium level। ਕੁਐਸਚਨ ਵਿੱਚ ਕੀ ਹੈ ਕਿ ਥਾਇਰੋਇਡੈਕਟਮੀ ਹੋਈ ਹੈ 2 ਦਿਨ ਪਹਿਲਾਂ ਪੇਸ਼ੈਂਟ ਦੀ। ਸੋ ਥਾਇਰੋਇਡੈਕਟਮੀ ਮੀਨਸ ਕਿ ਜੋ ਥਾਇਰੋਇਡ ਗਲੈਂਡ ਹੈ ਉਸ ਦਾ ਰਿਮੂਵਲ ਹੋਇਆ ਹੈ। ਸੋ ਸਾਨੂੰ ਪਤਾ ਹੈ ਥਾਇਰੋਇਡ ਦੀ ਐਨਾਟਮੀ, ਥਾਇਰੋਇਡ ਦੇ ਬੈਕ ਸਾਈਡ ਤੇ ਕਿਹੜੇ ਗਲੈਂਡ ਹੁੰਦੇ ਨੇ? 4 ਪੈਰਾਥਾਇਰੋਇਡ ਗਲੈਂਡ ਹੁੰਦੇ ਨੇ। ਸੋ ਪੈਰਾਥਾਇਰੋਇਡ ਗਲੈਂਡ ਦਾ ਮੇਨ ਕੰਮ ਕੀ ਹੈ? ਕੀ ਪ੍ਰੋਡਿਊਸ ਕਰਦਾ ਹੈ ਪੈਰਾਥਾਇਰੋਇਡ? ਕੈਲਸੀਟੋਨਿਨ। ਤੇ ਕੈਲਸੀਟੋਨਿਨ ਦਾ ਕੰਮ ਕੀ ਹੈ? ਕੈਲਸੀਟੋਨਿਨ ਦਾ ਕੰਮ ਹੈ ਬਲੱਡ 'ਚ ਕੈਲਸ਼ੀਅਮ ਦਾ ਤੇ ਫਾਸਫੋਰਸ ਦਾ ਲੈਵਲ ਮੇਨਟੇਨ ਕਰਨਾ। ਸੋ ਜਦੋਂ ਵੀ ਥਾਇਰੋਇਡ ਗਲੈਂਡ ਰਿਮੂਵ ਹੁੰਦਾ ਹੈ ਉਸ ਦੇ ਨਾਲ ਐਕਸੀਡੈਂਟਲ ਪੈਰਾਥਾਇਰੋਇਡ ਗਲੈਂਡ ਵੀ ਰਿਮੂਵ ਹੋਏਗਾ। ਸੋ ਆਪਾਂ ਪੇਸ਼ੈਂਟ ਨੂੰ ਕਿਸ ਚੀਜ਼ ਲਈ ਮੋਨੀਟਰ ਕਰਨਾ ਹੈ? ਪੇਸ਼ੈਂਟ ਦਾ ਕੈਲਸ਼ੀਅਮ ਲੈਵਲ ਮੋਨੀਟਰ ਕਰਨਾ। ਸੋ ਆਪਸ਼ਨ B ਇਜ਼ ਰਾਈਟ ਆਨਸਰ। ਤੇ ਅਦਰ ਜਿਹੜੀਆਂ ਆਪਸ਼ਨ ਨੇ ਪੋਟਾਸ਼ੀਅਮ ਲੈਵਲ, WBC, ਸੋਡੀਅਮ ਲੈਵਲ, ਇਹ ਕੁਐਸਚਨ ਦੇ ਇਰਰੈਲੇਵੈਂਟ ਨੇ। ਰਾਈਟ ਆਨਸਰ ਇਜ਼ ਆਪਸ਼ਨ B। ਇਹ ਸੀ ਅੱਜ ਦੇ ਕੁਐਸਚਨ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਏ ਹੋਣਗੇ। ਨੈਕਸਟ ਵੀਡੀਓ ਵਿੱਚ ਆਪਾਂ ਜਿਹੜੇ ਕਿ ਇਸ ਦੇ ਰਹਿੰਦੇ ਕੁਐਸਚਨ ਡਿਸਕਸ ਕਰਾਂਗੇ। ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਥੈਂਕ ਯੂ।